ਸੰਗਰੂਰ ਦੇ ਵਿੱਚ ਨਹੀਂ ਰੁਕ ਰਿਹਾ ਜ਼ਹਿਰੀਲੀ ਸ਼ਰਾਬ ਦਾ ਕਹਿਰ। 3 ਹੋਰ ਲੋਕਾਂ ਨੇ ਤੋੜਿਆ ਤਾਂ ਮਰਨ ਵਾਲਿਆਂ ਦਾ ਅੰਕੜਾ ਹੋਇਆ 21। ਕਈ ਲੋਕਾਂ ਦਾ ਹਸਪਤਾਲ ਦੇ ਵਿੱਚ ਚੱਲ ਰਿਹਾ ਇਲਾਜ। ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲੇ ਦਾ ਚੋਣ ਕਮਿਸ਼ਨ ਨੇ ਲਿਆ ਨੋਟਿਸ। ਚੀਫ ਸੈਕਟਰੀ ਤੇ ਡੀਜੀਪੀ ਤੋਂ ਮੰਗੀ ਰਿਪੋਰਟ। ਤੁਰੰਤ ਰਿਪੋਰਟ ਸੌਂਪਣ ਦੀ ਹਦਾਇਤ। ਸੰਗਰੂਰ ਸ਼ਰਾਬ ਕਾਂਡ ਦੀ ਜਾਂਚ ਦੇ ਲਈ ਹਾਈ ਲੈਵਲ ਕਮੇਟੀ ਦਾ ਗਠਨ। ਏਡੀਜੀਪੀ ਗੁਰਿੰਦਰ ਢਿੱਲੋਂ ਦੀ ਅਗਵਾਈ ਦੇ ਵਿੱਚ ਜਾਂਚ ਕਰੇਗੀ 4 ਮੈਂਬਰੀ ਕਮੇਟੀ। ਪਟਿਆਲਾ ਰੇਂਜ ਦੇ ਡੀਆਈਜੀ ਅਤੇ ਐਸਐਸਪੀ ਪਟਿਆਲਾ ਵੀ ਸ਼ਾਮਿਲ। ਸੁਨੀਤਾ ਕੇਜਰੀਵਾਲ ਨੇ ਪੜਿਆ ਜੇਲ੍ਹ ਦੇ ਵਿੱਚ ਆਇਆ ਦਿੱਲੀ ਦੇ ਸੀਐਮ ਕੇਜਰੀਵਾਲ ਦਾ ਸੰਦੇਸ਼। ਕਿਹਾ ਅਜਿਹੀਆਂ ਕੋਈ ਸਲਾਖਾਂ ਨਹੀਂ ਜੋ ਮੈਨੂੰ ਰੋਕ ਸਕਣ। ਜਲਦ ਆਵਾਂਗਾ ਬਾਹਰ, ਕਰੋੜਾਂ ਲੋਕਾਂ ਦੀਆਂ ਦੁਆਵਾਂ ਮੇਰੇ ਨਾਲ। ਕੇਜਰੀਵਾਲ ਦੇ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਦਿੱਲੀ ਚ ਆਪ ਨੇ ਬੋਲਿਆ ਹੱਲਾ। ਸ਼ਹੀਦੀ ਸਥਲ ਤੇ ਕੀਤਾ ਜ਼ੋਰਦਾਰ ਪ੍ਰਦਰਸ਼ਨ। ਦਿੱਲੀ ਪੁਲਿਸ ਨੇ ਮੰਤਰੀ ਹਰਜੋਤ ਬੈਂਸ ਨੇ ਕਈ ਆਪ ਲੀਡਰ ਹਿਰਾਸਤ 'ਚ ਲਏ। ਦਿੱਲੀ ਪ੍ਰਦਰਸ਼ਨ ਦੇ ਵਿੱਚ ਸੀਐਮ ਭਗਵੰਤ ਮਾਨ ਵੀ ਹੋਏ ਸ਼ਾਮਿਲ। ਬੋਲੇ ਕੇਜਰੀਵਾਲ ਨੂੰ ਤਾਂ ਅਰੈਸਟ ਕੀਤਾ ਪਰ ਉਹਨਾਂ ਦੀ ਸੋਚ ਨੂੰ ਕਿਵੇਂ ਕਰੋਗੇ ਗ੍ਰਿਫਤਾਰ। ਸਾਡਾ ਹਰ ਉਮੀਦਵਾਰ ਅਤੇ ਹਰ ਵਲੰਟੀਅਰ ਹੈ ਕੇਜਰੀਵਾਲ। ਕੇਜਰੀਵਾਲ ਦੇ ਬਹਾਨੇ ਬੀਜੇਪੀ ਦਾ ਕਾਂਗਰਸ ਤੇ ਤਿੱਖਾ ਹਮਲਾ। ਅਨੁਰਾਗ ਠਾਕੁਰ ਬੋਲੇ ਕੀ ਮਜਬੂਰੀ ਹੈ ਜੋ ਕਾਂਗਰਸ ਦੇ ਰਹੀ ਹੈ ਆਪ ਦਾ ਸਾਥ। ਪਹਿਲਾਂ ਇਲਜ਼ਾਮ ਲਗਾਉਂਦੇ ਸੀ ਹੁਣ ਬਚਾਅ ਕਰ ਰਹੇ ਨੇ। ਚੋਣ ਕਮਿਸ਼ਨ ਨੂੰ ਮਿਲਿਆ ਪੰਜਾਬ ਬੀਜੇਪੀ ਦਾ ਵਫਦ। ਸੂਬੇ ਦੀ ਐਕਸਾਈਜ਼ ਪਾਲਿਸੀ ਦੀ ਜਾਂਚ ਵੀ ਇਲੈਕਸ਼ਨ ਕਮਿਸ਼ਨ ਤੋਂ ਕਰਾਉਣ ਦੀ ਮੰਗ। ਜਾਖੜ ਬੋਲੇ ਪੰਜਾਬ ਦੇ ਵਿੱਚ ਦਿੱਲੀ ਤੋਂ ਵੀ ਵੱਡੇ ਘੁਟਾਲੇ ਦਾ ਖਦਸ਼ਾ। ਹਰਪਾਲ ਚੀਮਾ ਤੇ ਰਾਘਵ ਚੱਡਾ ਵੀ ਸ਼ਾਮਿਲ। ਮੁੱਖ ਮੰਤਰੀ ਮਾਨ ਦਾ ਜਾਖੜ ਤੇ ਤਿੱਖਾ ਪਲਟਵਾਰ। ਕਿਹਾ ਘੁਟਾਲੇ ਦੇ ਇਲਜ਼ਾਮ ਲਗਾਉਣ ਵਾਲੇ ਜਾਖੜ ਨੇ ਪਹਿਲਾਂ ਝਾਕੀਆਂ ਤੇ ਮੇਰੀ ਅਤੇ ਕੇਜਰੀਵਾਲ ਦੀ ਫੋਟੋ ਦੀ ਵੀ ਕਹੀ ਸੀ ਗੱਲ। ਸਵਾਲ ਕਰਨ ਤੋਂ ਪਹਿਲਾਂ ਪਾਰਟੀ ਦੇ ਵਿੱਚ ਸਟੇਬਿਲਿਟੀ ਰੱਖਣ ਜਾਖੜ। ਆਮ ਆਦਮੀ ਪਾਰਟੀ ਦਾ ਬੀਜੇਪੀ ਤੇ ਵੱਡਾ ਇਲਜ਼ਾਮ। ਕਿਹਾ ਸ਼ਰਾਬ ਦਾ ਪੈਸਾ ਬੀਜੇਪੀ ਨੂੰ ਮਿਲਿਆ। ਮੁਲਜ਼ਮ ਤੋਂ ਸਰਕਾਰੀ ਗਵਾਹ ਬਣੇ ਸ਼ਰਦ ਚੰਦਰ ਰੈਡੀ ਨੇ ਖਰੀਦੇ ਸਨ ਬੀਜੇਪੀ ਤੇ ਚੁਣਾਵੀ ਬੌਂਡ। ਬੀਜੇਪੀ ਤੋਂ ਚੰਦੇ ਬਾਰੇ ਪੁੱਛਗਿੱਛ ਕਰੇ ਈਡੀ। ਦਿੱਲੀ ਦੀ ਰੋਜ਼ ਐਵੀਨਿਊ ਕੋਰਟ ਨੇ ਵਧਾਈ ਕਿ ਕਵਿਤਾ ਦੀ ਰਿਮਾਂਡ 26 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜਿਆ। ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇਸੀਆਰ ਦੀ ਬੇਟੀ ਹੈ ਕਿ ਕਵਿਤਾ। ਦਿੱਲੀ ਦੀ ਰੋਜ਼ ਐਵੀਨਿਊ ਕੋਰਟ ਦੇ ਵਿੱਚ ਕੇਜਰੀਵਾਲ ਦੀ ਪਟੀਸ਼ਨ। ਸੁਰੱਖਿਆ ਦੇ ਵਿੱਚ ਲੱਗੇ ਏਸੀਪੀ ਏਕੇ ਸਿੰਘ ਨੂੰ ਹਟਾਉਣ ਦੀ ਮੰਗ। ਕੋਰਟ ਰੂਮ ਦੇ ਨੇੜੇ ਦੁਰਵਿਵਹਾਰ ਕਰਨ ਦੇ ਲਗਾਏ ਇਲਜ਼ਾਮ। ਕੇਜਰੀਵਾਲ ਦੀ ਗ੍ਰਿਫਤਾਰੀ ਤੇ ਅੰਨਾ ਹਜ਼ਾਰੇ ਦਾ ਵੱਡਾ ਬਿਆਨ। ਤੈਅ ਤੱਕ ਹੋਣੀ ਚਾਹੀਦੀ ਹੈ ਮਾਮਲੇ ਦੀ ਜਾਂਚ। ਕਿਆ ਹੁਣੇ ਗੱਲ ਹੋਈ ਸਪਸ਼ਟ ਕਿ ਕੇਜਰੀਵਾਲ ਨੇ ਸਿਆਸੀ ਲਾਹੇ ਲਈ ਵਰਤਿਆ ਇੱਕ ਪਵਿੱਤਰ ਅੰਦੋਲਨ। ਹਿਮਾਚਲ ਕਾਂਗਰਸ ਦੇ 6 ਬਾਗੀ ਤੇ 3 ਆਜ਼ਾਦ ਵਿਧਾਇਕ ਭਾਜਪਾ ਦੇ ਵਿੱਚ ਹੋਏ ਸ਼ਾਮਿਲ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਜੈਰਾਮ ਠਾਕੁਰ ਦੀ ਮੌਜੂਦਗੀ ਦੇ ਵਿੱਚ ਫੜਿਆ ਬੀਜੇਪੀ ਦਾ ਪੱਲਾ। ਕਾਂਗਰਸ ਦੇ 6 ਵਿਧਾਇਕਾਂ ਨੂੰ ਸਪੀਕਰ ਨੇ ਕੀਤਾ ਸੀ ਅਯੋਗ ਕਰਾਰ। ਘਰ ਪਹੁੰਚਿਆ ਛੋਟਾ ਸ਼ੁਭਦੀਪ। ਹਵੇਲੀ ਪਹੁੰਚਣ ਤੇ ਸਿੱਧੂ ਮੂਸੇਵਾਲੇ ਦੇ ਭਰਾ ਦਾ ਸ਼ਾਨਦਾਰ ਸਵਾਗਤ। 17 ਮਾਰਚ ਨੂੰ ਬਠਿੰਡਾ ਦੇ ਹਸਪਤਾਲ ਦੇ ਵਿੱਚ ਹੋਇਆ ਸੀ ਜਨਮ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸ਼ਰਾਬ ਕਾਂਡ ਦੀ। ਸੰਗਰੂਰ ਦੇ ਵਿੱਚ ਨਹੀਂ ਰੁਕ ਰਿਹਾ ਜ਼ਹਿਰੀਲੀ ਸ਼ਰਾਬ ਦਾ ਕਹਿਰ। ਇਲਾਜ ਦੇ ਦੌਰਾਨ 3 ਹੋਰ ਲੋਕਾਂ ਦੇ ਦਮ ਤੋੜ ਦਿੱਤਾ ਗਿਆ। ਮਰਨ ਵਾਲਿਆਂ ਦਾ ਅੰਕੜਾ 21 ਤੇ ਪਹੁੰਚ ਗਿਆ। ਕਈ ਪੀੜਤਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਸੰਗਰੂਰ ਅਤੇ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਿੱਥੇ ਕਿ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ। ਪੁਲਿਸ ਨੇ ਹੁਣ ਤੱਕ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿੱਥੇ ਕਿ ਲਗਾਤਾਰ ਜ਼ਹਿਰੀਲੀ ਸ਼ਰਾਬ ਦਾ ਕਹਿਰ ਨਜ਼ਰ ਆ ਰਿਹਾ ਤੇ ਇਸ ਦੇ ਵਿਚਾਲੇ ਲਗਾਤਾਰ ਪੁਲਿਸ ਦਾ ਵੀ ਐਕਸ਼ਨ ਜਾਰੀ ਹੈ। ਪੁਲਿਸ ਦੇ ਵੱਲੋਂ ਹੁਣ ਤੱਕ 8 ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਪਰ ਦੂਜੇ ਪਾਸੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤਾਂ ਦੇ ਅੰਕੜੇ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਇਲਾਜ ਦੇ ਦੌਰਾਨ 3 ਹੋਰ ਲੋਕਾਂ ਨੇ ਦਮ ਤੋੜ ਦਿੱਤਾ ਹੈ ਜਿਸ ਦੇ ਨਾਲ ਮਰਨ ਵਾਲਿਆਂ ਦਾ ਅੰਕੜਾ 21 ਤੇ ਪਹੁੰਚ ਗਿਆ। ਤਾਂ ਸੰਗਰੂਰ ਸ਼ਰਾਬ ਕਾਂਡ ਦਾ ਚੋਣ ਕਮਿਸ਼ਨ ਨੇ ਨੋਟਿਸ ਲਿਆ। ਪੰਜਾਬ ਦੇ ਚੀਫ ਸੈਕਟਰੀ ਤੇ ਡੀਜੀਪੀ ਤੋਂ ਮਾਮਲੇ ਦੀ ਰਿਪੋਰਟ ਮੰਗ ਲਈ ਗਈ ਹੈ। ਮਾਮਲੇ ਦੀ ਰਿਪੋਰਟ ਤੁਰੰਤ ਸੌਂਪਣ ਦੇ ਲਈ ਕਿਹਾ ਗਿਆ ਹੈ। ਜ਼ਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਦਾ ਅੰਕੜਾ 21 ਤੇ ਪਹੁੰਚ ਗਿਆ ਹੈ। ਕਈ ਪੀੜਤਾਂ ਦਾ ਹਸਪਤਾਲ ਦੇ ਵਿੱਚ ਇਲਾਜ ਵੀ ਚੱਲ ਰਿਹਾ ਹੈ। ਸੰਗਰੂਰ ਅਤੇ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਿੱਥੇ ਕਿ ਇਹ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਵਿਚਾਲੇ ਇਸ ਪੂਰੇ ਮਾਮਲੇ ਦਾ ਚੋਣ ਕਮਿਸ਼ਨ ਦੇ ਵੱਲੋਂ ਵੀ ਨੋਟਿਸ ਲਿਆ ਗਿਆ ਹੈ। ਪੰਜਾਬ ਦੇ ਚੀਫ ਸੈਕਟਰੀ ਤੇ ਡੀਜੀਪੀ ਤੋਂ ਡਿਟੇਲ ਦੇ ਵਿੱਚ ਰਿਪੋਰਟ ਮੰਗੀ ਗਈ ਹੈ। ਮਾਮਲੇ ਦੀ ਰਿਪੋਰਟ ਤੁਰੰਤ ਸੌਂਪਣ ਦੇ ਲਈ ਕਿਹਾ ਗਿਆ। ਤਾਂ ਸੰਗਰੂਰ ਜ਼ਹਿਰੀਲੀ ਸ਼ਰਾਬ ਕਾਂਡ ਦੇ ਵਿੱਚ ਵੱਡਾ ਐਕਸ਼ਨ ਵੀ ਹੋਇਆ ਹੈ। ਸ਼ਰਾਬ ਕਾਂਡ ਦੀ ਜਾਂਚ ਦੇ ਲਈ ਹਾਈ ਲੈਵਲ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। 4 ਮੈਂਬਰੀ ਕਮੇਟੀ ਸ਼ਰਾਬ ਕਾਂਡ ਦੀ ਜਾਂਚ ਕਰੇਗੀ। ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਢਿੱਲੋਂ ਦੀ ਅਗਵਾਈ ਦੇ ਵਿੱਚ ਦਰਅਸਲ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਦੇ ਵਿੱਚ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਸੰਗਰੂਰ ਦੇ ਐਸਐਸਪੀ ਸਰਤਾਜ ਚਹਿਲ ਤੇ ਐਕਸਾਈਜ਼ ਵਿਭਾਗ ਦੇ ਐਡੀਸ਼ਨਲ ਕਮਿਸ਼ਨਰ
ਨਰੇਸ਼ ਦੁਬੇ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਅੱਜ ਇੱਕ ਹਾਈ ਲੈਵਲ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਜੀ, ਜਿਹਦੇ ਵਿੱਚ ਇੱਕ ਏਡੀਜੀਪੀ ਰੈਂਕ ਅਫਸਰ ਸਰ ਗੁਰਿੰਦਰ ਢਿੱਲੋਂ ਸਾਹਿਬ ਏਡੀਜੀਪੀ ਲਾਅ ਐਂਡ ਆਰਡਰ ਨੇ, ਉਸ ਨੂੰ ਹੈਡ ਕਰ ਰਹੇ। ਡੀਆਈਜੀ ਹਰਚਰਨ ਭੁੱਲਰ ਸਰ ਜੋ ਡੀਆਈਜੀ ਪਟਿਆਲਾ ਰੇਂਜ ਨੇ, ਉਹਦੇ ਵਿੱਚ ਮੈਂ ਐਸਐਸਪੀ ਸੰਗਰੂਰ ਸ਼ਾਮਿਲ ਹਾਂ ਤੇ ਐਕਸਾਈਜ਼ ਦੇ ਜੋ ਕਮਿਸ਼ਨਰ ਹੈਗੇ ਮਿਸਟਰ ਨਰੇਸ਼, ਉਹ ਵੀ ਉਸ ਦਾ ਹਿੱਸਾ ਨੇ। ਤੇ ਇਹ ਸਾਰਾ ਸੁਪਰਵਿਜ਼ਨ ਕਰੇਗੀ ਆਲ ਪੋਸੀਬਲ ਲਿੰਕੇजेस, ਜਿੰਨੇ ਵੀ ਇਸ ਦੇ ਵਿੱਚ ਹੋਰ ਪਹਿਲੂ ਖੰਗਾਲਣ ਵਾਲੇ ਹੋਣਗੇ, ਸਾਰਿਆਂ ਦਾ ਇਹ ਸਿੱਟ ਹੀ ਓਵਰਆਲ ਸੁਪਰਵਾਈਜ਼ਰੀ ਨੋਡਲ ਪੁਆਇੰਟ ਹੋਏਗਾ। ਹੁਣ ਤੱਕ ਕਿੰਨੀਆਂ ਮੌਤਾਂ ਜ਼ਹਿਰੀਲੀ ਸ਼ਰਾਬ ਦੀ ਵਜ੍ਹਾ ਕਰਕੇ ਹੋ ਗਈਆਂ, ਆਫੀਸ਼ੀਅਲ ਆંકੜਾ ਕੀ ਹੈ, ਔਰ ਕਿੰਨੇ ਲੋਕ ਜਿਹੜੇ ਨੇ ਹੁਣ ਤੱਕ ਬਿਮਾਰ ਹੋਏ ਨੇ? ਹੁਣ ਤੱਕ ਜੀ 20 ਡੈਥਸ ਦੇ ਬਾਰੇ ਇਨਫੋਰਮੇਸ਼ਨ ਆਈ ਹੋਈ ਹੈ ਤੇ 18 ਲੋਕ ਜੋ ਹੈ ਉਹ ਅੰਡਰ ਟ੍ਰੀਟਮੈਂਟ ਨੇ, ਜੇਰੇ ਇਲਾਜ ਨੇ ਜੀ। ਤੇ ਇਹ ਜ਼ਹਿਰੀਲੀ ਸ਼ਰਾਬ ਕਿੱਥੋਂ ਆਈ, ਕੌਣ ਇਸ ਦੇ ਪਿੱਛੇ ਸੀਗਾ, ਕਿਸ ਦੀ ਗ੍ਰਿਫਤਾਰੀ ਕੀਤੀ ਹੈ ਜਾਂ ਪੂਰੇ ਮਸਲੇ ਦੇ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ? ਇਸ ਦੇ ਵਿੱਚ ਜੀ 20 ਤਰੀਕ ਨੂੰ ਜਦੋਂ ਸਵੇਰੇ ਇਨਫੋਰਮੇਸ਼ਨ ਰਿਸੀਵ ਹੋਈ ਤਾਂ ਪੁਲਿਸ ਨੇ 14 ਘੰਟੇ ਤੋਂ ਘੱਟ ਦੇ ਵਿੱਚ ਸਾਰੇ ਜਿਹੜੇ ਇਹਦੇ ਮੇਨ ਲਿੰਕੇजेस ਸੀਗੇ ਉਹਨਾਂ ਦਾ ਪਰਦਾਫਾਸ਼ ਕਰਕੇ ਤੇ ਮੇਨ ਅਕਿਊਜ਼ ਨੂੰ ਕਾਬੂ ਕਰ ਲਿਆ। ਇਹਦੇ ਵਿੱਚ ਜਿਹੜਾ ਮੇਨ ਕਲਪ੍ਰਿਟ ਹੈਗਾ ਉਹ ਹਰਮਨਪ੍ਰੀਤ ਸਿੰਘ ਹੈਗਾ, ਉਹ ਪਾਤੜਾ ਪਟਿਆਲੇ ਦਾ ਰਹਿਣ ਵਾਲਾ ਹੈ ਜੀ। ਉਹਨੇ ਆਪਣੇ ਘਰ ਵਿੱਚ ਜਿੰਨੀ ਐਪਰੇਟਸ ਸੀ ਉਹਦੇ ਕੋਲੋਂ ਜਦੋਂ ਰੇਡ ਕੀਤੀ ਗਈ ਤਾਂ 4000 ਦੇ ਤਕਰੀਬਨ ਖਾਲੀ ਬੋਤਲਾਂ, ਢੱਕਣ, ਪ੍ਰਿੰਟ ਕਰਨ ਵਾਸਤੇ ਲੇਬਲਸ, ਉਹਦਾ ਸਾਰਾ ਲੈਪਟਾਪ, ਪ੍ਰਿੰਟਰ ਇਕਵਿਪਮੈਂਟ, ਬ੍ਰੈਥ ਐਨਾਲਾਈਜ਼ਰ, ਐਲਕੋਮੀਟਰ ਤੇ ਹੋਰ ਵੀ ਬੜਾ ਕੁਝ, ਮੋਲੈਸਿਸ ਵਾਲੇ ਡਰਮ ਬਰਾਮਦ ਕੀਤੇ ਗਏ ਤੇ ਉਸਨੇ ਹੀ ਇਹ ਸਾਰੇ ਮਸਲੇ ਨੂੰ ਅੰਜਾਮ ਦਿੱਤਾ। ਉਸ ਦੇ ਇਲਾਵਾ ਹੁਣ ਤੱਕ ਟੋਟਲ 3 FIRs ਵਿੱਚ 8 ਅਰੈਸਟ ਹੋ ਚੁੱਕੇ ਨੇ। ਅੱਗੇ ਵਧਾਂਗੇ, ਤੁਹਾਨੂੰ ਗੱਲ ਕਰਾਂਗੇ ਅਰਵਿੰਦ ਕੇਜਰੀਵਾਲ ਦੀ। ਜੇਲ੍ਹ ਤੋਂ ਦਿੱਲੀ ਦੇ ਸੀਐਮ ਕੇਜਰੀਵਾਲ ਦਾ ਸੰਦੇਸ਼ ਆਇਆ। ਪਤਨੀ ਨੇ ਕੇਜਰੀਵਾਲ ਦਾ ਸੰਦੇਸ਼ ਪੜ੍ਹ ਕੇ ਸੁਣਾਇਆ, ਜਿਸ ਦੇ ਵਿੱਚ ਕਿਹਾ ਗਿਆ ਕਿ ਅਜਿਹੀਆਂ ਕੋਈ ਵੀ ਸਲਾਖਾਂ ਨਹੀਂ ਹੈ ਜੋ ਮੈਨੂੰ ਰੋਕ ਸਕਣ, ਮੈਂ ਜਲਦ ਬਾਹਰ ਆਵਾਂਗਾ, ਕਰੋੜਾਂ ਲੋਕਾਂ ਦੀਆਂ ਦੁਆਵਾਂ ਮੇਰੇ ਨਾਲ ਨੇ। ਉੱਥੇ ਸੰਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਕਿ ਲੋਹੇ ਦਾ ਬਣਿਆ ਹਾਂ, ਬਹੁਤ ਮਜ਼ਬੂਤ ਹਾਂ, ਬਹੁਤ ਸਾਰੀਆਂ ਸ਼ਕਤੀਆਂ ਦੇਸ਼ ਨੂੰ ਕਮਜ਼ੋਰ ਕਰ ਰਹੀਆਂ ਨੇ, ਦੇਸ਼ ਵਿਰੋਧੀ ਸ਼ਕਤੀਆਂ ਨੂੰ ਹਰਾਉਣਾ ਹੈ, ਮੇਰਾ ਜਨਮ ਹੀ ਸੰਘਰਸ਼ ਦੇ ਲਈ ਹੋਇਆ। ਸੋ ਅਰਵਿੰਦ ਕੇਜਰੀਵਾਲ ਦਾ ਜਿਹੜਾ ਕਿ ਸੰਦੇਸ਼ ਹੈ, ਜਿਹੜਾ ਕਿ ਉਹਨਾਂ ਦੀ ਪਤਨੀ ਦੇ ਵੱਲੋਂ ਪੜ੍ਹ ਕੇ ਸੁਣਾਇਆ ਗਿਆ। ਦਰਅਸਲ ਪਰਸੋਂ ਜਿਹੜੀ ਇਹ ਵੱਡੀ ਕਾਰਵਾਈ ਹੋਈ ਜਦੋਂ ਕਿ ਅਰਵਿੰਦ ਕੇਜਰੀਵਾਲ ਨੂੰ ਈਡੀ ਦੀ ਟੀਮ ਦੇ ਵੱਲੋਂ ਦੇ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਤੋਂ ਬਾਅਦ ਕੱਲ੍ਹ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। 28 ਤਰੀਕ ਤੱਕ ਜਿਹੜਾ ਕਿ ਅਰਵਿੰਦ ਕੇਜਰੀਵਾਲ ਦਾ ਰਿਮਾਂਡ ਲਿਆ ਗਿਆ ਤੇ ਇਸੇ ਦੌਰਾਨ ਜੇਲ੍ਹ ਤੋਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਹੈ ਜੋ ਕਿ ਪਤਨੀ ਨੇ ਪੜ੍ਹਿਆ, ਜਿਸ ਦੇ ਵਿੱਚ ਕਿਹਾ ਗਿਆ ਕਿ ਜੀਆਂ ਕੋਈ ਵੀ ਸਲਾਖਾਂ ਨਹੀਂ ਹੈ ਜੋ ਮੈਨੂੰ ਰੋਕ ਸਕਣ, ਮੈਂ ਜਲਦ ਬਾਹਰ ਆਵਾਂਗਾ, ਕਰੋੜਾਂ ਲੋਕਾਂ ਦੀਆਂ ਦੁਆਵਾਂ ਮੇਰੇ ਨਾਲ। ਜੇਲ੍ਹ ਤੋਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦਾ ਜੋ ਕਿ ਸੰਦੇਸ਼ ਹੈ, ਜਿਹੜਾ ਕਿ ਉਹਨਾਂ ਦੀ ਪਤਨੀ ਦੇ ਵੱਲੋਂ ਪੜ੍ਹ ਕੇ ਸੁਣਾਇਆ ਗਿਆ, ਜਿਸ ਦੇ ਵਿੱਚ ਕਿਹਾ ਗਿਆ ਕਿ ਅਜਿਹੀਆਂ ਕੋਈ ਵੀ ਸਲਾਖਾਂ ਨਹੀਂ ਹੈ ਜੋ ਮੈਨੂੰ ਰੋਕ ਸਕਣ, ਮੈਂ ਜਲਦ ਬਾਹਰ ਆਵਾਂਗਾ, ਕਰੋੜਾਂ ਲੋਕਾਂ ਦੀਆਂ ਦੁਆਵਾਂ ਮੇਰੇ ਨਾਲ ਨੇ, ਲੋਹੇ ਦਾ ਬਣਿਆ ਹਾਂ, ਬਹੁਤ ਮਜ਼ਬੂਤ ਹਾਂ, ਬਹੁਤ ਸਾਰੀਆਂ ਸ਼ਕਤੀਆਂ ਦੇਸ਼ ਨੂੰ ਕਮਜ਼ੋਰ ਕਰ ਰਹੀਆਂ ਨੇ। जेल से आपके लिए संदेश भेजा है। मेरे प्यारे देशवासियों, मुझे कल गिरफ्तार कर लिया गया। मैं अंदर रहूं या बाहर, हर पल देश की सेवा करता रहूंगा। मेरी जिंदगी का एक एक पल देश के लिए समर्पित है। मेरे शरीर का एक एक कतरा देश के लिए है। इस पृथ्वी पर मेरा जीवन ही संघर्ष के लिए हुआ है। आज तक बहुत संघर्ष किए, आगे भी मेरी जिंदगी में बड़े बड़े संघर्ष लिखे हैं, इसीलिए ये गिरफ्तारी मुझे अचंभित नहीं करती। आपसे मुझे बहुत प्यार मिला है। पिछले जन्म में ज़रूर मैंने बहुत पुण्य किए होंगे जो मैं भारत जैसे महान देश में पैदा हुआ। हमें मिलकर फिर से भारत को महान बनाना है, दुनिया का सबसे शक्तिशाली और नंबर 1 देश बनाना है। भारत के अंदर और बाहर ढेरों ऐसी शक्तियां हैं जो भारत को कमज़ोर कर रही हैं।
हमें सचेत रहकर इन शक्तियों को पहचानना है, इन शक्तियों को हराना है। और भारत में ही ढेरों ऐसे लोग हैं, ढेरों ताकतें हैं जो देशभक्त हैं, जो भारत को आगे बढ़ाना चाहती हैं। इन ताकतों के साथ जुड़ना है और इन्हें और मजबूत करना है। इस समय मैं दिल्ली में मौजूद हूं और आज मुख्यमंत्री भगवंत मान के साथ हिंदी में बातचीत की जाएगी, क्योंकि राष्ट्रीय मुद्दे पर बात होनी है तो पूरे देश में ये बात जानी चाहिए। मान साहब, बहुत बहुत स्वागत है आपका। अरविंद केजरीवाल की गिरफ्तारी के बाद अब सवाल उठने शुरू हो गए हैं कि पार्टी का क्या होगा, पार्टी कौन चलाएगा, मुख्यमंत्री कौन होंगे दिल्ली के। और क्योंकि अरविंद केजरीवाल के बाद सबसे बड़े चेहरे के तौर पर आपको देखा जा रहा है, सबसे बड़ी जिम्मेदारी आपके ऊपर है, तो अब कोई प्लानिंग की है किस तरह से पार्टी चलेगी, किस तरह से आगे, क्योंकि इलेक्शन भी है? देखिए, ये करोड़ों लोगों की पार्टी है। अरविंद केजरीवाल एक सोच है, अरविंद केजरीवाल एक व्यक्ति नहीं है। ये गलतफहमी में है कि अरविंद केजरीवाल एक व्यक्ति है, उसको गिरफ्तार कर लो तो उसकी पार्टी खत्म हो जाएगी। अरविंद केजरीवाल एक सोच का नाम है। तो सोच को कैसे गिरफ्तार कर सकते हो आप? आज शहीद आजम भगत सिंह का शहीदी दिवस है, 23 मार्च 1931 को आज उनकी शहीदी हुई थी। उन्होंने फांसी के रस्से चूमे थे और उन्होंने क्या कहा था शहीद आजम भगत सिंह ने कि मेरी मौत पर मत रोना, मेरी सोच को बचाना। तो सोच को बचा रहे हैं, सोच बचेगी, सोच है, सोच करोड़ों लोगों के मन में केजरीवाल की सोच जो है वो घर कर चुकी है। तो पार्टी है, पार्टी 2 स्टेटों में हमारी सरकारें हैं, 10 हमारे राज्यसभा में हैं, 1 हमारा लोकसभा में है, 5 हमारे गुजरात में एमएलए, 2 हमारे गोवा में एमएलए हैं, 1 संगरौली में मध्य प्रदेश में हमारी मेयर है, चंडीगढ़ में हमारा मेयर है, एमसीडी में दिल्ली में हम हैं। तो ये ऐसे खत्म होने वाली पार्टी थोड़ी है कि ऐसे कोई जाला थोड़ी है कि उतार दोगे, जाला लगाया उतार दोगे। तो यही तो पार्टी है जो बीजेपी के लिए खतरा बन रही है, इसीलिए तो फिर गिरफ्तार कर रहे हैं। लेकिन आपके 3 बड़े चेहरे, मनीष सिसोदिया, सत्येंद्र जैन, संजय सिंह, पहले से जेल में थे, अब अरविंद केजरीवाल, चुनाव कैसे लड़ेंगे, आगे किस तरह से चलेगा? ये आम आदमी पार्टी चेहरों की राजनीति तो करती नहीं। आम आदमी पार्टी तो लोगों में से चेहरे बनाती है। आप देखिए, आप पंजाब में रहते हैं, 92 एमएलए हैं 117 में से, 80 फर्स्ट टाइमर हैं। छोटे छोटे बच्चे 27 साल के, 28 साल के लड़के लड़कियां जीत गए, अब चेहरे बन गए वो भी। हम लोगों ने लोगों को आगे लाने की राजनीति शुरू की है। मैं कौन सा चेहरा था जी? तो मतलब जितने हमारे मंत्री हैं, एमएलए हैं, वॉलंटियर, चेयरमैन हैं, हम सब सिपाही हैं, जनरल। हाँ, अरविंद केजरीवाल हमारे सुप्रीमो हैं, रहेंगे, और उनकी सोच पर पहरा देके पूरे जोश से लड़ेंगे। और इनको ये पता चल जाएगा कि ये गलत फहमी में है कि शायद विपक्ष वालों को ऐसे पकड़ के हम पार्टी खत्म कर देंगे। ऐसा नहीं हो सकता। सच को, सच्चाई को दबाया तो जा सकता है कुछ समय के लिए, लेकिन सच्चाई कभी मरती नहीं। इंसाफ दा दिन नहीं चढ़ना, जो लोगों के दिल चों ये डर नहीं जाता। मैं उन्होंने कहना चाहना, रात लम्मी होने का मतलब सूरज मर नहीं जाता, सूरज चढ़ेगा देश में, सच्चाई का सूरज चढ़ेगा। लेकिन इस कथित शराब घोटाले में ईडी ने कहा है कि मुख्य किंग बिन यही हैं। 100 करोड़ की घूस जो है अरविंद केजरीवाल ने ली है, 100 करोड़ की घूस के आरोप जो है वो लगे हैं। नहीं, ईडी के आरोप हैं। ईडी का मतलब है बीजेपी। ये इलेक्ट्रिक बॉन्ड निकले हैं, सबसे पहले ईडी आती है, उसके बाद फिर बॉन्ड खरीदते हैं। सीबीआई आती है, उसके 4 दिन बाद बॉन्ड खरीदे जाते हैं चंदे के रूप में बीजेपी को देने के लिए। तो ये तो हथियार के तौर पे, औजार के तौर पे इस्तेमाल कर रहे हैं। उनके आरोप लगाने से क्या होता है? और क्या नाम है, मनीष सिसोदिया जी, 1 साल हो गया उनको जेल में रखे हुए, 1 रुपया भी मिला उनके घर से, उनके लॉकर से, उनके खाते से, उनके पैतृक गांव में भी चले गए, संदूक पेटियां फरोल दी, 1 रुपया नहीं मिला। क्या साबित करेंगे ये? ईडी कह रही है कि उनके पास चैट है, चैट में मनी ट्रेल का उन्होंने जिक्र किया। ईडी कह रही है ना, कोर्ट में साबित करे ना। अब कोई बंदा कह रहा है, एक शरद रेड्डी नाम का बंदा है, वो 20 बयानों में कह रहा है मैं जानता नहीं हूं, मेरी कोई केजरीवाल से जान, उसको पकड़ लिया जाता है। 21वें बयान में कहता है हाँ जी मैं मिला था, मुझे ये कहा था कि ये कर दो वो कर दो। वही जेल जाने के बाद 10 दिन के बाद 55 करोड़ का बॉन्ड दे रहा है बीजेपी को।
तो मुझे ये बताइए ये क्या है फिर? ये चंदा है? अगर कोई अच्छा काम करे तो धंधा है, अगर इनको पैसा मिले तो चंदा है। ये कहाँ की डेमोक्रेसी है? लेकिन अरविंद केजरीवाल अब जेल में है तो सरकार कैसे चलेगी? चलेगी, जेल से चलेगी। ये इस देश में कोई कानून नहीं है कि सीएम अरविंद केजरीवाल ही दिल्ली करेंगे, आप कह रहे हैं कि सरकार जेल से चलेगी, तो अरविंद केजरीवाल का क्या होगा अभी? अरविंद केजरीवाल ही सरकार चलाएंगे। अभी वो दोषी साबित हो रही हुए हैं, आरोपी हैं। कौन से संविधान में लिखा है, कौन से कानून में लिखा है कि एक सिटिंग सीएम को आप आरोपी के तौर पे ले जाओ और उसको इस्तीफा दे? जेल से चलेगी सरकार, चल सकती है जेल से। बताऊं कैसे? कैसे? सुब्र तो सारा पकड़े गए थे, 20,000 करोड़ का चिट फंड का घोटाला था। सुप्रीम कोर्ट ने कहा पैसे वापस कर दो, आपको छोड़ देंगे। उसने कहा जी मैं पैसे कैसे वापस, मैं तो जेल में हूँ, मुझे साइन करने होंगे कागजों पर पैसे वापस करने के लिए। उसका जेल में ऑफिस बना दिया था, सुप्रीम कोर्ट ने इजाजत दी थी। आप कह रहे हैं कि दिल्ली की जो कैबिनेट है वो सारी जेल में जाएगी, वो कैबिनेट में फैसले लेगी? हम जाएंगे, हाई कोर्ट जाएंगे, सुप्रीम कोर्ट जाएंगे कि मुख्यमंत्री को एक आरोपी को आरोपी बना रखा है, सरकार चलाने दो। तो दिल्ली की सरकार जो है कैबिनेट भी होगी। इससे पहले भी तो अरविंद केजरीवाल एक बार मुख्यमंत्री थे तो रेलवे भवन के पास वो अनशन पर बैठ गए थे, वो फाइलें वहां से साइन होती थी। ये हमारे लिए कोई नई बात नहीं है, आंदोलन से निकली हुई पार्टी है। हम वो पत्ते नहीं जो शाख से टूट कर गिर जाएंगे। आंधियों को कह दो अपनी औकात में रहे। लास्ट सवाल, चुनाव प्रचार अब कैसे होगा, कैसे आप मैनेज करेंगे? आपके ऊपर जिम्मेदारी है, पूरी पार्टी को संभालना है। लोकसभा पंजाब में, हरियाणा में एक सीट पर लड़ रहे हैं, दिल्ली में आप लड़ रहे हैं, किस तरह से आप करेंगे? देखिए 4 सीट हम दिल्ली लड़ रहे हैं आम आदमी पार्टी की तरफ से, वैसे इंडिया का अलायंस है। कुरुक्षेत्र लड़ रहे हैं, गुजरात में 2 सीट लड़ रहे हैं और पंजाब में 13 की 13 आम आदमी पार्टी लड़ रही है। हम लोग ना लिख के दे देते हैं पहले बहुत से नेशनल चैनलों पर हमने लाइव लिख के दिया है कि सारा बादल परिवार हारेगा, कि सारा ये नवजोत सिद्धू, कैप्टन अमरिंदर सब हारेंगे, चन्नी हारेंगे। हारे ना? इस बार लिखकर क्या दे रहे हैं? आम आदमी पार्टी बहुत बड़ी शक्ति के रूप में लोकसभा चुनाव में सामने आने वाली है। 13 सीटों में कितनी पंजाब में? कौन सी, क्यों 13 क्यों? कुरुक्षेत्र भी बोलो, साथ में दिल्ली की भी है, गुजरात भी है। मैं ये कह रहा हूं कि आम आदमी पार्टी सबसे बड़ी शक्ति के रूप में लोकसभा इलेक्शन में सामने आने वाली है। अरविंद केजरीवाल जल्दी बाहर आएंगे और इनको ये पता चल जाएगा कि इन्होंने अपने आखिरी कील ठोका है। जो डेमोक्रेसी को खत्म करने में लगे हुए हैं, लोकतंत्र की हत्या करने में लगे हुए हैं, मैं उनको कहना चाहूंगा कि लोकतंत्र में लोग बड़े होते हैं। लोग जब चाहें आदमी अर्श पर, लोग जब चाहें आदमी फर्श पर। धन्यवाद। तो दिल्ली की सरकार जो है वो जेल से चलेगी और मुख्यमंत्री भगवंत मान पर एक बड़ी जिम्मेदारी अब आम आदमी पार्टी को संभालने की भी है और लोकसभा चुनाव जीतने की भी है। कैमरामैन राजेंद्र के साथ पंकज पई, न्यूज़ 18 दिल्ली। ਸੋ ਨਿਊਜ਼ 18 ਪੰਜਾਬ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਸੋਚ ਹੈ, ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੇ ਹੋ ਪਰ ਸੋਚ ਨੂੰ ਨਹੀਂ। ਮੁੱਖ ਮੰਤਰੀ ਮਾਨ ਨੇ ਨਿਊਜ਼ 18 ਪੰਜਾਬ ਦੇ ਨਾਲ ਖਾਸ ਗੱਲਬਾਤ ਕਰਦੇ ਕਿਹਾ ਕਿ ਆਪ ਚਿਹਰਿਆਂ ਦੀ ਸਿਆਸਤ ਨਹੀਂ ਕਰਦੀ, ਸੂਰਜ ਚੜ੍ਹੇਗਾ, ਸੱਚਾਈ ਦੀ ਜਿੱਤ ਹੋਵੇਗੀ। ਈਡੀ ਦਾ ਮਤਲਬ ਹੈ ਬੀਜੇਪੀ ਤੇ ਵੀ ਖੁੱਲ੍ਹ ਕੇ ਵਰਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਮਾਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਈਡੀ ਦਾ ਮਤਲਬ ਹੈ ਬੀਜੇਪੀ। ਸਿਸੋਦੀਆ ਦੇ ਘਰ ਤੋਂ 1 ਰੁਪਇਆ ਤੱਕ ਨਹੀਂ ਮਿਲਿਆ। ईडी का इल्जाम है पर कोर्ट दे विच साबित तां करे। दिल्ली दे विच जेल तो ही सरकार चलेगी। मुख्यमंत्री मान ने एक बार फिर स्पष्ट कर दिता है कि दिल्ली दे विच जेल तो ही सरकार चलेगी। अरविंद केजरीवाल ही दिल्ली के सीएम रहेंगे। मुख्यमंत्री मान ने कहा कि हले केजरीवाल मुलजम ने, दोषी नहीं। अरविंद केजरीवाल जल्द बाहर आउणगे। यह भी वड्डा बयान दिता गया मुख्यमंत्री मान दे वल्लों कि अरविंद केजरीवाल जल्द बाहर आउणगे। एक बार फिर पंजाब दी 13 सीटां जितण दा भी दावा कीता। नाल दिल्ली की भी उन्होंने गल की है, कुरुक्षेत्र की भी गल की है कि उत्थों भी आम आदमी पार्टी वड्डी जित दर्ज करके एक वड्डी शक्ति के तौर पर आम आदमी पार्टी इस बार चोणां दे विच उभरेगी। तो न्यूज़ 18 पंजाब के वल्लों ये सुपर एक्सक्लूसिव गलबात की गई है पंजाब के मुख्यमंत्री भगवंत मान के नाल। ते न्यूज़ 18 ते मुख्यमंत्री मान ने यह वड्डा बयान दिता है अरविंद केजरीवाल की गिरफ्तारी के बाद। उन्हों का कहना है कि अरविंद केजरीवाल एक जिहड़ी सोच है, केजरीवाल नूं गिरफ्तार कर सकते हो पर उन्हों की सोच नूं गिरफ्तार नहीं किया जा सकता। ते अरविंद केजरीवाल
ਜਲਦ ਬਾਹਰ ਆਉਣਗੇ। ਮੁੱਖ ਮੰਤਰੀ ਮਾਨ ਨੇ ਵੀ ਵੱਡਾ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਜਲਦ ਬਾਹਰ ਆਉਣਗੇ। ਆਪ ਚਿਹਰਿਆਂ ਦੀ ਸਿਆਸਤ ਨਹੀਂ ਕਰਦੀ, ਸੂਰਜ ਚੜ੍ਹੇਗਾ ਤੇ ਸੱਚਾਈ ਦੀ ਜਿੱਤ ਹੋਵੇਗੀ। ਉੱਥੇ ਬੀਜੇਪੀ ਤੇ ਵੀ ਖੁੱਲ੍ਹ ਕੇ ਮੁੱਖ ਮੰਤਰੀ ਮਾਨ ਵਰਦੇ ਹੋਏ ਨਜ਼ਰ ਆਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਈਡੀ ਦਾ ਮਤਲਬ ਹੈ ਬੀਜੇਪੀ। ਤੇ ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਬੀਜੇਪੀ ਨੂੰ ਮੁੱਖ ਮੰਤਰੀ ਮਾਨ ਦੇ ਵੱਲੋਂ ਨਿਸ਼ਾਨੇ ਤੇ ਲਿਆ ਗਿਆ। ਉੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ 13 ਸੀਟਾਂ ਨੂੰ ਲੈ ਕੇ ਵੀ ਸਵਾਲ ਕੀਤਾ ਕਿ ਤੁਹਾਨੂੰ ਇੱਕ ਵਾਰ ਫਿਰ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ। ਤਾਂ ਇਸ ਦੇ ਵਿਚਾਲੇ ਚੋਣ ਕਮਿਸ਼ਨ ਨੂੰ ਮਿਲਿਆ ਪੰਜਾਬ ਬੀਜੇਪੀ ਦਾ ਵਫਦ। ਪੰਜਾਬ ਦੇ ਵਿੱਚ ਵੀ ਐਕਸਾਈਜ਼ ਪਾਲਿਸੀ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਪੰਜਾਬ ਐਕਸਾਈਜ਼ ਪਾਲਿਸੀ ਦੀ ਵੀ ਜਾਂਚ ਈਡੀ ਕਰੇ। ਸੁਨੀਲ ਜਾਖੜ ਦੇ ਜਿਹੜੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ, ਉਹਨਾਂ ਨੇ ਦਰਅਸਲ ਇਹ ਮੰਗ ਰੱਖੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਹੀ ਵੱਡੇ ਘੁਟਾਲੇ ਦਾ ਖਦਸ਼ਾ ਹੈ। ਘੁਟਾਲੇ ਦੇ ਵਿੱਚ ਹਰਪਾਲ ਚੀਮਾ ਤੇ ਰਾਘਵ ਚੱਡਾ ਵੀ ਸ਼ਾਮਲ ਨੇ। ਸੁਨੀਲ ਜਾਖੜ ਦੇ ਵੱਲੋਂ ਵੱਡਾ ਦਾਅਵਾ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਕਰੋੜਾਂ ਦੇ ਘੁਟਾਲੇ ਦਾ ਖਦਸ਼ਾ ਹੈ। ਈਡੀ ਐਕਸਾਈਜ਼ ਪਾਲਿਸੀ ਦੇ ਦਸਤਾਵੇਜ਼ ਕਬਜ਼ੇ ਦੇ ਵਿੱਚ ਲਵੇ। ਘੁਟਾਲੇ ਦੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। उन्होंने कहा कि सीएम मान ने उत्थे मुख्यमंत्री मान ने सुनील जाखड़ ते पलटवार किया। उन्होंने कहना है कि जाखड़ ने तो पहला झाकियां ते मेरी ते केजरीवाल की फोटो की भी गल कही सी। सवाल करन तो पहला पार्टी दे विच जाखड़ स्टेबिलिटी रखण मुख्यमंत्री मान दे वल्लों भी सुनील जाखड़ ते पलटवार किया गया। पंजाब बीजेपी के प्रधान सुनील जाखड़ के वलों जी कि इलैक्शन कमिशन के अगे मंग रखी गई है। बीजेपी का वफद जोड़ा कि चोण कमिशन को मिलिया तो पंजाब के भी एक्साइज पॉलिसी की जांच की मंग की गई है। सुनील जाखड़ का कहना है कि पंजाब एक्साइज पॉलिसी की भी ईडी के वलों जांच की जाए। पंजाब के वड्डे घोटाले का खदशा है। सुनील जाखड़ का यह वड्डा बयान है। उन्होंने कहना है कि घोटाले के हरपाल चीमा ते राघव चड्डा भी शामिल है।